प्यारे विद्यार्थियों, आप सब का एक बार फिर बहुत बहुत स्वागत है। ਅੱਜ ਆਪਾਂ ਸਮਾਜਿਕ ਸਿੱਖਿਆ ਦਾ ਪਾਠ ਦੂਜਾ ਭੂਗੋਲ ਵਿੱਚੋਂ ਦੂਸਰੇ ਪਾਠ ਦੇ ਗਲੋਬ ਬਾਰੇ ਵਿਸਥਾਰ ਸਹਿਤ ਜਾਣਕਾਰੀ ਲਵਾਂਗੇ। ਵਿਦਿਆਰਥੀਓ, ਸਾਡੀ ਧਰਤੀ ਜਿਸ ਉੱਤੇ ਅਸੀਂ ਜਨਮ ਲਿਆ, ਖੇਡਦੇ ਹਾਂ, ਵੱਡੇ ਹੁੰਦੇ ਹਾਂ, ਅਸੀਂ ਆਪਣਾ ਸਾਰਾ ਜੀਵਨ ਇਸ ਧਰਤੀ ਉੱਤੇ ਹੀ ਗੁਜ਼ਾਰਦੇ ਹਾਂ। ਪਰ ਕਿਤੇ ਹੀ ਅਸੀਂ ਇਸ ਗੱਲ ਨੂੰ ਸੋਚਦੇ ਹਾਂ ਕਿ ਸਾਡੀ ਧਰਤੀ ਅਸਲ ਵਿੱਚ ਹੈ ਕਿਵੇਂ ਦੀ। ਇਸ ਬਾਰੇ ਹਰ ਇਨਸਾਨ ਆਪੋ ਆਪਣੇ ਵਿਚਾਰਾਂ ਦੇ ਵਿੱਚ ਘੁੰਮਦਾ ਰਹਿੰਦਾ ਹੈ। ਕੋਈ ਇਸ ਨੂੰ ਗੋਲ ਸਮਝਦਾ ਹੈ, ਕੋਈ ਇਸ ਨੂੰ ਚਕੋਰ ਸਮਝਦਾ ਹੈ, ਤੇ ਹਰ ਇਨਸਾਨ ਆਪਣੀ ਮਰਜ਼ੀ ਦੇ ਨਾਲ ਇਸ ਬਾਰੇ ਵਿਚਾਰ ਬਣਾਉਂਦਾ ਹੈ। ਪਰੰਤੂ ਸਾਡੀ ਧਰਤੀ ਕਿਸ ਤਰ੍ਹਾਂ ਦੀ ਹੈ, ਆਓ ਇਹਦੇ ਬਾਰੇ ਵੀ ਆਪਾਂ ਦੇਖੀਏ ਕਿ ਸਾਡੀ ਧਰਤੀ ਗੋਲ ਹੈ। ਇਸ ਕਰਕੇ ਇਸ ਨੂੰ ਗੋਲਾਕਾਰ ਸ਼ਕਲ ਦੀ ਆਖਦੇ ਹਨ। ਇਸ ਨੂੰ ਧਰਤ ਗੋਲਾ ਵੀ ਆਖਦੇ ਹਨ। ਅਸਲ ਵਿੱਚ ਧਰਤੀ ਗੇਂਦ ਵਾਂਗ ਗੋਲ ਨਹੀਂ, ਬਲਕਿ ਸਿਰਿਆਂ ਤੋਂ ਕੁਝ ਚਪਟੀ ਵੀ ਹੈ। ਬੇਟਾ ਜੀ, ਤੁਸੀਂ ਕਈ ਵਾਰ ਗਲੋਬ ਦੀ ਤਸਵੀਰ ਦੇਖੀ ਹੋਏਗੀ ਜਾਂ ਗਲੋਬ ਨੂੰ ਸਕੂਲ ਦੇ ਵਿੱਚ ਦੇਖਿਆ ਹੋਏਗਾ ਕਿ ਇਹ ਗਲੋਬ ਦੀ ਜੋ ਸ਼ਕਲ ਹੈ ਉਹ ਸਾਨੂੰ ਧਰਤੀ ਦੇ ਗੋਲ ਹੋਣ ਦਾ ਅਹਿਸਾਸ ਕਰਵਾਉਂਦੀ ਹੈ, ਜਾਂ ਇਹ ਗਲੋਬ ਸਾਨੂੰ ਧਰਤੀ ਦੇ ਗੋਲ ਹੋਣ ਤੋਂ ਇਲਾਵਾ ਕਿਸੇ ਹੋਰ ਤਰੀਕੇ ਦਾ ਵੀ ਅਹਿਸਾਸ ਕਰਾਉਂਦਾ ਹੈ। ਧਰਤੀ ਨੂੰ ਸਮਝਣ ਦੇ ਲਈ, ਕਿਉਂਕਿ ਧਰਤੀ ਜੋ ਹੈ ਇੰਨੀ ਕੁ ਵੱਡੀ ਹੈ ਕਿ ਅਸੀਂ ਇਸ ਨੂੰ ਇੱਕੋ ਵਾਰ ਪੂਰੀ ਤਰ੍ਹਾਂ ਨਹੀਂ ਦੇਖ ਸਕਦੇ। ਇਸ ਕਰਕੇ ਧਰਤੀ ਨੂੰ ਸਮਝਣ ਦੇ ਲਈ ਇਸ ਨੂੰ ਵੱਖ-ਵੱਖ ਮਾਡਲ, ਤਸਵੀਰਾਂ ਤੇ ਨਕਸ਼ਿਆਂ ਦੁਆਰਾ ਅਸੀਂ ਧਰਤੀ ਦੇ ਅਲੱਗ-ਅਲੱਗ ਹਿੱਸਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਪਰੰਤੂ ਧਰਤੀ ਦਾ ਸਮੁੱਚਾ ਰੂਪ ਦੇਖਣ ਦੇ ਲਈ ਜੋ ਇਸ ਦਾ ਪੂਰਾ ਮਾਡਲ ਬਣਾਇਆ ਗਿਆ ਹੈ, ਉਸ ਨੂੰ ਅਸੀਂ ਗਲੋਬ ਆਖਦੇ ਹਾਂ। ਧਰਤੀ ਦਾ ਆਕਾਰ ਇੱਕ ਵੱਡੇ ਗੋਲੇ ਵਾਂਗ ਹੈ, ਔਰ ਇੰਨੀ ਵੱਡੀ ਧਰਤੀ ਨੂੰ ਅਸੀਂ ਇੱਕੋ ਸਮੇਂ ਨਹੀਂ ਦੇਖ ਸਕਦੇ। ਇਸ ਨੂੰ ਪੂਰਾ ਦੇਖਣ ਤੇ ਪਰਖਣ ਲਈ ਇਸ ਦਾ ਮਾਡਲ ਬਣਾਇਆ ਗਿਆ ਹੈ, ਜਿਸ ਨੂੰ ਗਲੋਬ ਆਖਦੇ ਹਨ। ਬੇਟਾ ਜੀ, ਤੁਸੀਂ ਇਸ ਗਲੋਬ ਨੂੰ ਜਦੋਂ ਪੂਰਨ ਤੌਰ ਤੇ ਆਪਣੇ ਸਕੂਲ ਵਿੱਚ ਘੁਮਾ ਕੇ ਵੇਖਿਆ ਹੋਵੇਗਾ ਤਾਂ ਤੁਹਾਨੂੰ ਇਸ ਗਲੋਬ ਦੇ ਉੱਤੇ ਧਰਤੀ ਦੇ ਕਈ ਤਰ੍ਹਾਂ ਦੇ ਆਕਾਰ ਦਿਖਾਈ ਦੇ ਹੋਣਗੇ, ਜਿੱਥੇ ਵੱਖ-ਵੱਖ ਦੇਸ਼ ਅਤੇ ਨਾਲ ਕਿਤੇ ਸਾਨੂੰ ਨੀਲੇ ਸਥਾਨ ਦਿਖਾਈ ਦਿੰਦੇ ਹਨ। ਅਸੀਂ ਕਈ ਵਾਰ ਉਲਝਦੇ ਹਾਂ ਕਿ ਇਹ ਨੀਲਾ ਸਥਾਨ ਔਰ ਇਹ ਦੇਸ਼ ਇਹ ਕੀ ਹੈ। ਇਹ ਮੈਂ ਗੱਲ ਇਸੇ ਕਰਕੇ ਹੀ ਦੱਸ ਰਿਹਾ ਹਾਂ ਕਿ ਧਰਤੀ ਜਿੱਥੇ 70% ਪਾਣੀ ਹੈ ਤੇ ਜਿੱਥੇ 30% ਹਿੱਸਾ ਸਾਡੇ ਕੋਲ ਧਰਤੀ ਦਾ ਆਉਂਦਾ ਹੈ, ਜਿੱਥੇ ਧਰਤੀ ਦੇ ਕਈ ਵੱਖੋ ਵੱਖਰੇ ਰੂਪ ਹਨ, ਜਿਵੇਂ ਕਿ ਪਹਾੜ, ਮੈਦਾਨ ਇਤਆਦਿ। ਵਿਦਿਆਰਥੀਓ, ਇਸੇ ਕਰਕੇ ਇਹ ਗਲੋਬ ਜੋ ਤੁਸੀਂ ਦੇਖਦੇ ਹੋ, ਇਹਦੇ ਉੱਤੇ ਧਰਤੀ ਦਾ ਸੰਪੂਰਨ ਤਸਵੀਰ ਜੋ ਹੈ ਉਹ ਗਲੋਬ ਸਾਨੂੰ
ਪ੍ਰਸਤੁਤ ਕਰ ਦਿੰਦਾ ਹੈ। ਸੋ ਧਰਤੀ ਨੂੰ ਦਿਖਾਉਣ ਦੇ ਲਈ ਗਲੋਬ ਜੋ ਹੈ ਇਹ ਬਣਾਇਆ ਗਿਆ ਹੈ। ਜਿਵੇਂ ਕਿ ਤੁਸੀਂ ਇਸ ਤਸਵੀਰ ਵਿੱਚ ਦੇਖ ਰਹੇ ਹੋ ਕਿ ਗਲੋਬ ਕੀ ਹੈ। ਗਲੋਬ ਧਰਤੀ ਦਾ ਪ੍ਰਤੀਰੂਪ ਹੈ। ਇਹ ਇੱਕ ਤ੍ਰੈ-ਪਾਸੀ ਮਾਡਲ ਹੈ। ਤ੍ਰੈ-ਪਾਸੀ ਦਾ ਮਤਲਬ 3 ਸਾਈਡ ਤੋਂ, ਤਿੰਨਾਂ ਪਾਸਿਆਂ ਤੋਂ। ਇਸ ਉੱਤੇ ਮਹਾਦੀਪਾਂ, ਮਹਾਸਾਗਰਾਂ ਦੇ ਆਕਾਰ, ਦੂਰੀਆਂ ਅਤੇ ਇਹਨਾਂ ਦੀਆਂ ਦਿਸ਼ਾਵਾਂ ਬਿਲਕੁਲ ਠੀਕ ਦਿਖਾਈਆਂ ਗਈਆਂ ਹਨ। ਬੇਟਾ, ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਇਸ ਦਾ ਕੀ ਮਤਲਬ ਹੈ। ਧਰਤੀ ਉੱਤੇ ਵੱਖ-ਵੱਖ ਮਹਾਦੀਪ, ਮਹਾਸਾਗਰ ਹਨ। ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਸਮਝਾਇਆ ਹੈ ਕਿ ਜੋ ਨੀਲਾ ਪਾਠ ਹੈ ਉਹ ਸਾਰਾ ਧਰਤੀ ਦਾ ਪਾਣੀ ਦਾ ਹਿੱਸਾ ਦਰਸਾਉਂਦਾ ਹੈ, ਜਿਸ ਵਿੱਚ ਅਲੱਗ-ਅਲੱਗ ਮਹਾਦੀਪ ਜੋ ਜਿੱਥੇ ਅਸੀਂ ਰਹਿ ਰਹੇ ਹਾਂ, ਜਿਵੇਂ ਕਿ ਸਾਡਾ ਦੇਸ਼ ਭਾਰਤ ਹੈ, ਤੇ ਭਾਰਤ ਕਿਸ ਮਹਾਦੀਪ ਵਿੱਚ ਆਉਂਦਾ ਹੈ? ਬਿਲਕੁਲ ਠੀਕ, ਭਾਰਤ ਏਸ਼ੀਆ ਮਹਾਦੀਪ ਵਿੱਚ ਆਉਂਦਾ ਹੈ। ਸੋ ਏਸ਼ੀਆ ਮਹਾਦੀਪ ਇੱਕ ਧਰਤੀ ਦਾ ਹਿੱਸਾ ਹੈ। ਇਸੇ ਤਰ੍ਹਾਂ ਇਸ ਧਰਤੀ ਦੇ ਉੱਤੇ ਵੱਖ-ਵੱਖ ਮਹਾਦੀਪ ਹਨ, ਨਦੀਆਂ, ਸਾਗਰ, ਮਹਾਸਾਗਰ, ਜੋ ਕਿ ਧਰਤੀ ਉੱਤੇ ਪਾਣੀ ਦਾ ਹਿੱਸਾ ਹਨ, ਪਾਣੀ ਦਰਸਾਉਂਦੇ ਹਨ। ਇਹ ਧਰਤੀ ਦੇ ਉੱਤੇ 70% ਜੋ ਸਾਡੀ ਧਰਤੀ ਹੈ ਉਹਦਾ ਕੁੱਲ 70% ਹਿੱਸਾ ਪਾਣੀ ਦਾ ਹੈ। ਇਸੇ ਕਰਕੇ ਇਹ ਗੱਲ ਮੈਂ ਫੇਰ ਤੁਹਾਨੂੰ ਦੱਸੀ ਹੈ ਕਿ ਗਲੋਬ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਵਿਸਥਾਰ ਦੇ ਨਾਲ ਦਰਸਾਇਆ ਜਾਂਦਾ ਹੈ। ਇਸ ਦੇ ਨਾਲ-ਨਾਲ ਇਹਨਾਂ ਦੇ ਆਕਾਰ ਕਿਸ ਤਰ੍ਹਾਂ ਦੇ ਹਨ, ਕਿਹੜਾ ਦੇਸ਼ ਛੋਟਾ ਹੈ, ਕਿਹੜਾ ਦੇਸ਼ ਵੱਡਾ ਹੈ, ਇਹ ਸਾਨੂੰ ਦਿਖਾਈ ਦੇ ਜਾਂਦਾ ਹੈ। ਇਸ ਤੋਂ ਬਾਅਦ ਦੂਰੀਆਂ, ਕਿਸ ਦੇਸ਼ ਤੋਂ ਦੂਸਰਾ ਦੇਸ਼ ਕਿੰਨੀ ਦੂਰ ਹੈ ਅਤੇ ਕਿਹੜਾ ਦੇਸ਼ ਦੂਸਰੇ ਦੇਸ਼ ਦੀ ਕਿਹੜੀ ਦਿਸ਼ਾ ਦੇ ਵਿੱਚ ਹੈ, ਇਸ ਬਾਰੇ ਵੀ ਜੇ ਅਸੀਂ ਜਾਣਕਾਰੀ ਲੈਣੀ ਹੈ ਤਾਂ ਸਾਨੂੰ ਗਲੋਬ ਬਹੁਤ ਭਲੀ ਭਾਂਤ ਦੱਸ ਦਿੰਦਾ ਹੈ। ਆਓ ਆਪਾਂ ਗਲੋਬ ਬਾਰੇ ਹੋਰ ਜਾਣਕਾਰੀ ਪਤਾ ਕਰੀਏ। ਧਰਤੀ ਦਾ ਜੋ ਮਾਡਲ ਗਲੋਬ ਹੈ, ਤੁਸੀਂ ਬੇਟਾ ਇਹ ਦੇਖਿਆ ਹੋਵੇਗਾ ਕਿ ਇਸ ਦੇ ਸਿਰਿਆਂ ਤੇ, ਜਿੱਥੇ ਜਦੋਂ ਤੁਸੀਂ ਗਲੋਬ ਦਾ ਮਾਡਲ ਦੇਖਦੇ ਹੋ ਤਾਂ ਸਿਰਿਆਂ ਦੇ ਉੱਤੇ ਤੁਹਾਨੂੰ 2 ਪੇਚ ਦਿਖਾਈ ਦਿੰਦੇ ਹਨ। ਉਹ ਜੋ ਉੱਪਰ ਵਾਲਾ ਪੇਚ ਹੈ, ਜੋ ਉੱਪਰ ਵਾਲਾ ਸਿਰਾ ਹੈ, ਉਹ ਉੱਤਰ ਦਿਸ਼ਾ ਹੈ। ਨੀਚੇ ਵਾਲਾ ਜੋ ਸਿਰਾ ਹੁੰਦਾ ਹੈ ਉਹ ਦੱਖਣ ਦਿਸ਼ਾ ਵੱਲ ਹੈ। ਇਸ ਕਰਕੇ ਉੱਪਰ ਵਾਲੇ ਸਿਰੇ ਨੂੰ ਉੱਤਰੀ ਧਰੁਵ ਕਿਹਾ ਜਾਂਦਾ ਹੈ ਤੇ ਹੇਠਲੇ ਸਿਰੇ ਨੂੰ ਦੱਖਣੀ ਧਰੁਵ ਕਿਹਾ ਜਾਂਦਾ ਹੈ। ਵਿਦਿਆਰਥੀਓ, ਧਰਤੀ ਦੇ ਵਿਚਕਾਰ ਇੱਕ ਕਾਲਪਨਿਕ ਰੇਖਾ ਮੰਨੀ ਗਈ ਹੈ, ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਜਿਸ ਨੂੰ ਭੂ-ਮੱਧ ਰੇਖਾ ਦਾ ਨਾਮ ਦਿੱਤਾ ਗਿਆ ਹੈ। ਆਓ ਦੇਖੀਏ ਕਿ ਇਹ ਭੂ-ਮੱਧ ਰੇਖਾ ਅਸਲ ਵਿੱਚ ਹੈ ਕੀ। ਵਿਦਿਆਰਥੀਓ, ਇਹ ਕੋਈ ਬਣੀ ਬਣਾਈ ਭੂ-ਮੱਧ ਰੇਖਾ ਨਹੀਂ ਹੈ ਜੋ ਸਾਨੂੰ ਕੁਦਰਤ ਨੇ ਬਣਾ ਕੇ ਦਿੱਤੀ ਹੋਵੇ ਜਾਂ ਧਰਤੀ ਉੱਤੇ ਕੋਈ ਰੇਖਾ ਖਿੱਚੀ ਗਈ ਹੋਵੇ। ਅਸਲ ਦੇ ਵਿੱਚ ਇਹ ਇੱਕ ਕਲਪਿਤ ਰੇਖਾ ਹੈ, ਮੰਨੀ ਗਈ ਰੇਖਾ ਹੈ, ਜੋ ਧਰਤੀ ਨੂੰ 2 ਬਰਾਬਰ ਭਾਗਾਂ ਵਿੱਚ ਵੰਡਦੀ ਹੈ, ਜਿਸ ਨੂੰ ਕਿ ਅਰਧ-ਗੋਲਾ ਆਖਿਆ ਜਾਂਦਾ ਹੈ। ਜਦੋਂ ਧਰਤੀ ਨੂੰ ਇਹ ਕਾਲਪਨਿਕ ਰੇਖਾ 2 ਬਰਾਬਰ ਭਾਗਾਂ ਵਿੱਚ ਵੰਡ ਦੇਗੀ ਤਾਂ ਇਸ ਦਾ ਮਤਲਬ ਹੈ ਕਿ ਧਰਤੀ ਨੂੰ 2 ਹਿੱਸੇ, ਇੱਕ ਉੱਪਰ ਵਾਲਾ ਅੱਧਾ ਹਿੱਸਾ, ਇੱਕ ਨੀਚੇ ਵਾਲਾ ਅੱਧਾ ਹਿੱਸਾ, ਤੇ ਇਸ ਕਰਕੇ ਮੈਂ ਇਹ ਗੱਲ ਕਹੀ ਹੈ ਕਿ ਧਰਤੀ ਨੂੰ 2 ਬਰਾਬਰ ਹਿੱਸਿਆਂ ਵਿੱਚ ਭੂ-ਮੱਧ ਰੇਖਾ ਵੰਡਦੀ ਹੈ। ਭੂ ਮਤਲਬ ਧਰਤੀ, ਮੱਧ ਮਤਲਬ ਵਿਚਕਾਰ। ਜਦੋਂ ਅਸੀਂ ਕਿਸੇ ਵੀ ਚੀਜ਼ ਦੇ ਵਿਚਕਾਰੋਂ ਅਸੀਂ ਉਸ ਨੂੰ ਵੰਡਾਂਗੇ ਤਾਂ ਉਹ 2 ਬਰਾਬਰ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਇਸੇ ਤਰ੍ਹਾਂ ਧਰਤੀ ਦੇ ਵਿਚਕਾਰੋਂ ਜਦ ਅਸੀਂ ਇਹ ਗੱਲ ਮੰਨ ਲਈ ਕਿ ਇਹ ਰੇਖਾ ਭੂ-ਮੱਧ ਰੇਖਾ ਹੈ
मतलब कि धरती दे बिल्कुल विचकारों एक रेखा मान ली गई है, तो फिर ये गल भी सानू आसानी नाल समझ आ जानी चाहिए है कि इस रेखा दे नाल धरती दो बराबर हिस्सिਆਂ ਦੇ ਵਿੱਚ ਵੰਡੀ गई है। ਉੱਪਰਲੇ ਹਿੱਸੇ ਨੂੰ ਅਸੀਂ ਉੱਪਰਲਾ ਅਰਧ-ਗੋਲਾ ਆਖਦੇ ਹਾਂ, ਹੇਠਲੇ ਹਿੱਸੇ ਨੂੰ ਅਸੀਂ ਹੇਠਲਾ ਅਰਧ-ਗੋਲਾ ਆਖਦੇ ਹਾਂ। ਸੋ ਵਿਦਿਆਰਥੀਓ, ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ ਕਿ ਜੋ ਉੱਪਰਲਾ ਹਿੱਸਾ ਹੈ ਉਹ ਕਿਹੜੀ ਦਿਸ਼ਾ ਮੈਂ ਸਮਝਾਈ ਸੀ, ਉੱਪਰਲਾ ਅਰਧ-ਗੋਲਾ ਉਹ ਹੈ ਉੱਤਰੀ ਅਰਧ-ਗੋਲਾ ਤੇ ਹੇਠੇ ਵਾਲਾ ਹੇਠਲਾ ਅਰਧ-ਗੋਲਾ ਉਸ ਨੂੰ ਅਸੀਂ ਕਵਾਂਗੇ ਦੱਖਣੀ ਅਰਧ-ਗੋਲਾ। ਸੋ ਇਸ ਕਰਕੇ ਇਹ ਭੂਮੱਧ ਰੇਖਾ ਉੱਤਰ ਤੇ ਦੱਖਣ ਦਿਸ਼ਾਵਾਂ ਦੇ ਬਿਲਕੁਲ ਵਿਚਕਾਰੋਂ ਧਰਤੀ ਨੂੰ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡਣ ਦਾ ਕੰਮ ਕਰਦੀ ਹੈ। ਸੋ ਇਹ ਗੱਲ ਆਪਾਂ ਕਦੇ ਭੁੱਲਣੀ ਨਹੀਂ ਹੈ ਕਿ ਭੂਮੱਧ ਰੇਖਾ ਕੀ ਹੁੰਦੀ ਹੈ। ਹੁਣ 1 ਸੈਕਿੰਡ ਵਾਸਤੇ ਤੁਸੀਂ ਆਪਣੇ ਆਪ ਨੂੰ ਇਹ ਸਵਾਲ ਕਰੋ ਕਿ ਭੂਮੱਧ ਰੇਖਾ ਕਿਸ ਨੂੰ ਆਖਦੇ ਹਨ। ਬਿਲਕੁਲ ਠੀਕ, ਤੁਸੀਂ ਸਾਰੇ ਵਿਦਿਆਰਥੀਆਂ ਦੇ ਮਨ ਵਿੱਚ ਇਹ ਗੱਲ ਚੰਗੀ ਤਰ੍ਹਾਂ ਆ ਚੁੱਕੀ ਹੈ ਕਿ ਭੂਮੱਧ ਰੇਖਾ ਇੱਕ ਕਲਪਿਤ ਰੇਖਾ ਹੈ ਜੋ ਧਰਤੀ ਨੂੰ ਇੱਕ ਸਮਾਨ ਅਰਧ ਭਾਗਾਂ ਵਿੱਚ ਵੰਡਦੀ ਹੈ, ਜਿਨ੍ਹਾਂ ਨੂੰ ਅਰਧ-ਗੋਲਾ ਆਖਦੇ ਹਨ। ਉੱਪਰਲਾ ਅਰਧ-ਗੋਲਾ ਕੀ ਹੋਇਆ? ਜੇ ਤੁਹਾਨੂੰ ਪੁੱਛਿਆ ਜਾਏ ਕਿ ਬੇਟਾ ਧਰਤੀ ਦੇ ਉੱਪਰਲੇ ਅਰਧ-ਗੋਲੇ ਤੋਂ ਕੀ ਭਾਵ ਹੈ, ਤਾਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਉੱਪਰਲੇ ਅਰਧ-ਗੋਲੇ ਨੂੰ, ਜਿੱਥੋਂ ਭੂਮੱਧ ਰੇਖਾ ਦੇ ਉੱਪਰ ਵਾਲਾ ਹਿੱਸਾ ਹੈ, ਉਸ ਨੂੰ ਉੱਤਰੀ ਅਰਧ-ਗੋਲਾ ਆਖਦੇ ਹਨ ਤੇ ਹੇਠਾਂ ਵਾਲਾ ਜੋ ਭੂਮੱਧ ਰੇਖਾ ਦੇ ਹੇਠਾਂ ਵਾਲਾ ਹਿੱਸਾ ਹੈ, ਜਿੱਥੇ ਦੱਖਣੀ ਦਿਸ਼ਾ ਹੈ, ਉਸ ਦੇ ਅਰਧ-ਗੋਲੇ ਨੂੰ ਅਸੀਂ ਦੱਖਣੀ ਅਰਧ-ਗੋਲਾ ਆਖਦੇ ਹਾਂ। ਸੋ ਬੇਟਾ, ਤੁਹਾਨੂੰ ਇਹ ਗੱਲ ਇੱਥੇ ਚੰਗੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ ਕਿ ਗਲੋਬ ਕੀ ਹੁੰਦਾ ਹੈ। ਅਸਲ ਵਿੱਚ ਇਹ ਧਰਤੀ ਦਾ ਮਾਡਲ ਹੈ। ਇਸ ਗਲੋਬ ਦੇ ਦੁਆਰਾ ਅਸੀਂ ਕੀ ਕੁਝ ਸਮਝ ਸਕਦੇ ਹਾਂ? ਧਰਤੀ ਦੇ ਵੱਖ-ਵੱਖ ਮਹਾਸਾਗਰ, ਮਹਾਦੀਪ, ਦੇਸ਼ਾਂ ਦੀ ਦੂਰੀ ਅਤੇ ਦੇਸ਼ਾਂ ਦੀਆਂ ਦਿਸ਼ਾਵਾਂ। ਹੋਰ ਸਾਨੂੰ ਕੀ ਪਤਾ ਲੱਗਿਆ ਕਿ ਭੂਮੱਧ ਰੇਖਾ ਕੀ ਕੰਮ ਕਰਦੀ ਹੈ, ਭੂਮੱਧ ਰੇਖਾ ਦਾ ਮਤਲਬ ਕੀ ਹੈ। ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਸਮਝ ਚੰਗੀ ਤਰ੍ਹਾਂ ਆ ਜਾਣੀਆਂ ਚਾਹੀਦੀਆਂ ਹਨ ਔਰ ਇਹਨਾਂ ਗੱਲਾਂ ਨੂੰ ਤੁਸੀਂ ਨਾਲ ਦੀ ਨਾਲ ਬੇਟਾ ਆਪਣੀ ਕਾਪੀ ਤੇ ਵੀ ਨੋਟ ਕਰ ਸਕਦੇ ਹੋ। ਕੋਈ ਵੀ ਤੁਹਾਨੂੰ ਮਹੱਤਵਪੂਰਨ ਜਾਣਕਾਰੀ ਲੱਗਦੀ ਹੈ, ਤੁਸੀਂ ਉਹਨੂੰ ਇੱਕਦਮ ਆਪਣੀ ਕਾਪੀ ਉੱਤੇ ਲਿਖ ਲਿਆ ਕਰੋ ਤਾਂ ਜੋ ਉਹ ਤੁਹਾਨੂੰ ਕੋਲ ਰਿਕਾਰਡ ਰਹੇ ਤੇ ਤੁਹਾਨੂੰ ਜਦ ਕਦੇ ਵੀ ਉਸ ਚੀਜ਼ ਨੂੰ ਸਮਝਣ ਦੀ ਲੋੜ ਪੈਂਦੀ ਹੈ ਤੇ ਤੁਸੀਂ ਉਸ ਨੂੰ ਲੈ ਕੇ ਸਮਝ ਸਕੋ ਔਰ ਯਾਦ ਵੀ ਕਰ ਸਕੋ। ਸੋ ਹੁਣ ਆਪਾਂ ਇੱਥੋਂ ਬਾਅਦ ਧਰਤੀ ਦੇ ਅਗਲੇ ਗਲੋਬ ਸੰਬੰਧੀ ਅਸੀਂ ਹੋਰ ਜਾਣਕਾਰੀ ਲਵਾਂਗੇ ਕਿ ਸਾਡੇ ਇਸ ਗਲੋਬ ਦੇ ਉੱਤੇ ਅਸੀਂ ਕੀ ਕੁਝ ਹੋਰ ਸਮਝਣਾ ਹੈ, ਜਿਸ ਦੇ ਦੁਆਰਾ ਸਾਨੂੰ ਧਰਤੀ ਦਾ ਅਧਿਐਨ ਕਰਨ ਦੇ ਵਿੱਚ ਸੌਖ ਮਹਿਸੂਸ ਹੋਵੇ ਤੇ ਸਾਨੂੰ ਪਤਾ ਲੱਗ ਸਕੇ ਆਉਣ ਵਾਲੀ ਜ਼ਿੰਦਗੀ ਹਮੇਸ਼ਾ ਵਾਸਤੇ ਕਿ ਗਲੋਬ ਨੂੰ ਅਸੀਂ ਕਿਸ ਤਰੀਕੇ ਨਾਲ ਹੋਰ ਵਧੀਆ ਤੇ ਬਿਲਕੁਲ ਠੀਕ ਤਰੀਕੇ ਨਾਲ ਪੜ੍ਹ ਸਕਦੇ ਹਾਂ। ਵਿਦਿਆਰਥੀਓ, ਜਿਵੇਂ ਕਿ ਆਪਾਂ ਭੂਮੱਧ ਰੇਖਾ ਬਾਰੇ ਜਾਣਕਾਰੀ ਲੈ ਲਈ ਹੈ ਤੇ ਹੁਣ ਆਪਾਂ ਗਲੋਬ ਦਾ ਅਧਿਐਨ ਕਰਨ ਲਈ ਗਲੋਬ ਉੱਤੇ
ਸਾਨੂੰ ਕੀ ਕੁਝ ਹੋਰ ਸਹਾਇਕ ਹੁੰਦਾ ਹੈ, ਉਸ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਅਕਸ਼ਾਂਸ਼ ਰੇਖਾਵਾਂ ਕੀ ਹੁੰਦੀਆਂ ਹਨ। ਵਿਦਿਆਰਥੀਓ, ਤੁਸੀਂ ਜਦੋਂ ਗਲੋਬ ਦੇਖਦੇ ਹੋ ਤਾਂ ਤੁਹਾਨੂੰ ਗਲੋਬ ਉੱਤੇ ਬਹੁਤ ਸਾਰੀਆਂ ਲਕੀਰਾਂ ਦਿਖਾਈ ਦਿੰਦੀਆਂ ਹਨ। ਇਹ ਲਕੀਰਾਂ ਕੁਝ ਗੋਲ-ਗੋਲ, ਜਿਸ ਤਰ੍ਹਾਂ ਕਿ ਤੁਸੀਂ ਇਸ ਵੇਲੇ ਇਸ ਤਸਵੀਰ ਦੇ ਵਿੱਚ ਦੇਖ ਰਹੇ ਹੋ, ਇਸ ਤਰ੍ਹਾਂ ਵੀ ਗੋਲ-ਗੋਲ ਲਕੀਰਾਂ ਤੁਹਾਨੂੰ ਦਿਖਾਈ ਦਿੰਦੀਆਂ ਹਨ। ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਲੰਬੀਆਂ-ਲੰਬੀਆਂ ਲਕੀਰਾਂ ਵੀ ਦਿਖਾਈ ਦਿੰਦੀਆਂ ਹਨ। ਤੁਸੀਂ ਕਈ ਵਾਰ ਆਪ ਉਲਝ ਜਾਂਦੇ ਹੋ ਕਿ ਗਲੋਬ ਦੇ ਉੱਤੇ ਇਹ ਇੰਨੀਆਂ ਸਾਰੀਆਂ ਲਕੀਰਾਂ ਕਿਉਂ ਦਿਖਾਈਆਂ ਜਾਂਦੀਆਂ ਹਨ। ਵਿਦਿਆਰਥੀਓ, ਅੱਜ ਤੁਹਾਨੂੰ ਤੁਹਾਡੇ ਇਸ ਸਵਾਲ ਦਾ ਜਵਾਬ ਚੰਗੀ ਤਰ੍ਹਾਂ ਮਿਲ ਜਾਏਗਾ ਕਿ ਆਖਰ ਇਹ ਲਕੀਰਾਂ ਕੀ ਹਨ ਅਤੇ ਇਹ ਕਿਉਂ ਦਿਖਾਈਆਂ ਜਾਂਦੀਆਂ ਹਨ। ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਜਾਣਕਾਰੀ ਲਵਾਂਗੇ ਕਿ ਇਹ ਅਕਸ਼ਾਂਸ਼ ਰੇਖਾਵਾਂ ਕੀ ਹੁੰਦੀਆਂ ਹਨ। ਬੇਟਾ, ਧਿਆਨ ਨਾਲ ਦੇਖੋ ਕਿ ਧਰਤੀ ਦਾ ਅਧਿਐਨ ਕਰਨ ਲਈ ਗਲੋਬ ਉੱਤੇ ਪੂਰਬ ਪੱਛਮ ਦਿਸ਼ਾ ਵਿੱਚ ਕਲਪਿਤ ਰੇਖਾਵਾਂ ਖਿੱਚੀਆਂ ਹਨ, ਜੋ ਭੂ-ਮੱਧ ਰੇਖਾ ਦੇ ਸਮਾਂਤਰ ਹਨ। ਇਹਨਾਂ ਨੂੰ ਅਕਸ਼ਾਂਸ਼ ਜਾਂ ਵਿਤਕਾਰ ਰੇਖਾਵਾਂ ਆਖਦੇ ਹਨ। ਵਿਦਿਆਰਥੀਓ, ਤੁਸੀਂ ਇਸ ਤਸਵੀਰ ਦੇ ਵਿੱਚ ਦੇਖੋ, ਜਿੱਥੇ ਗਲੋਬ ਨੂੰ ਬਣਾਇਆ ਗਿਆ ਹੈ, ਭੂ-ਮੱਧ ਰੇਖਾ ਦੇ ਉੱਪਰ ਤੇ ਹੇਠਾਂ ਬਿਲਕੁਲ ਭੂ-ਮੱਧ ਰੇਖਾ ਵਾਂਗ ਲਕੀਰਾਂ ਲਗਾਈਆਂ ਗਈਆਂ ਹਨ। ਭੂ-ਮੱਧ ਰੇਖਾ ਨੂੰ ਤੁਸੀਂ ਡਾਟ ਦੇ ਵਿੱਚ ਦਿਖਾ ਰਹੇ ਹੋ, ਜਿੱਥੇ ਟੁੱਟਵੀਂ ਲਾਈਨ ਦਿਖਾਈ ਗਈ ਹੈ ਤੇ ਦੂਸਰੀਆਂ ਰੇਖਾਵਾਂ ਪੂਰੀਆਂ ਦਿਖਾਈਆਂ ਗਈਆਂ ਹਨ। ਇਹ ਸਾਰੀਆਂ ਰੇਖਾਵਾਂ ਅਕਸ਼ਾਂਸ਼ ਰੇਖਾਵਾਂ ਅਖਵਾਉਂਦੀਆਂ ਹਨ। ਵਿਦਿਆਰਥੀਓ, ਇਹ ਅਕਸ਼ਾਂਸ਼ ਰੇਖਾਵਾਂ ਉੱਤਰੀ ਧਰੁਵ ਵੱਲ ਤੇ ਦੱਖਣੀ ਧਰੁਵ ਵੱਲ ਦਿਖਾਈਆਂ ਗਈਆਂ ਹਨ। ਇਹਨਾਂ ਅਕਸ਼ਾਂਸ਼ ਰੇਖਾਵਾਂ ਨੂੰ ਅਸੀਂ ਵਿਤਕਾਰ ਰੇਖਾਵਾਂ ਆਖਦੇ ਹਾਂ। ਕੀ ਆਖਦੇ ਹਾਂ? ਫਿਰ ਮੇਰੇ ਨਾਲ ਤੁਸੀਂ ਬੋਲੋਗੇ ਕਿ ਇਹਨਾਂ ਅਕਸ਼ਾਂਸ਼ ਰੇਖਾਵਾਂ ਨੂੰ ਅਸੀਂ ਵਿਤਕਾਰ ਰੇਖਾਵਾਂ ਵੀ ਆਖਦੇ ਹਾਂ। ਦੂਸਰੀ ਚੀਜ਼, ਉੱਤਰੀ ਧਰੁਵ ਤੇ ਦੱਖਣੀ ਧਰੁਵ, ਉੱਤਰ ਵਾਲਾ ਪਾਸਾ ਉੱਪਰ ਤੇ ਦੱਖਣ ਵਾਲਾ ਪਾਸਾ ਥੱਲੇ। ਤੇ ਜਿਸ ਤਰੀਕੇ ਨਾਲ ਤੁਸੀਂ ਬੈਠੇ ਸਕਰੀਨ ਤੇ ਇਹ ਗਲੋਬ ਦੇਖ ਰਹੇ ਹੋ, ਤਾਂ ਤੁਹਾਡੇ ਖੱਬੇ ਹੱਥ ਵਾਲੇ ਪਾਸੇ ਗਲੋਬ ਦੀ ਜੋ ਦਿਸ਼ਾ ਆਏਗੀ ਉਹ ਪੱਛਮ ਦਿਸ਼ਾ ਹੈ, ਤੇ ਤੁਹਾਡੇ ਸੱਜੇ ਹੱਥ ਵਾਲੇ ਪਾਸੇ ਜੋ ਗਲੋਬ ਦੀ ਦਿਸ਼ਾ ਹੈ ਉਹ ਪੂਰਬ ਦਿਸ਼ਾ ਹੈ। ਸੋ ਇਸ ਤਰ੍ਹਾਂ ਇਹ ਪੂਰਬ ਪੱਛਮ ਵਾਲੇ ਪਾਸੇ ਜੋ ਲੇਟਵੀਆਂ ਲਕੀਰਾਂ ਹਨ, ਇਹ ਅਕਸ਼ਾਂਸ਼ ਰੇਖਾਵਾਂ ਹਨ। ਇਹ ਭੂ-ਮੱਧ ਰੇਖਾ ਦੇ ਸਮਾਂਤਰ ਹਨ। ਸਮਾਂਤਰ ਮਤਲਬ ਇਹ ਜਿਸ ਤਰੀਕੇ ਨਾਲ ਭੂ-ਮੱਧ ਰੇਖਾ ਹੈ ਉਸੇ ਤਰ੍ਹਾਂ ਉਹਦੇ ਪੈਰਲਲ ਇਹ ਲਾਈਨਾਂ ਬਣਾਈਆਂ ਗਈਆਂ ਹਨ। ਇਹ ਰੇਖਾਵਾਂ ਵੀ ਵਿਦਿਆਰਥੀਓ, ਤੁਸੀਂ ਇਸ ਗੱਲ ਨੂੰ ਯਾਦ ਰੱਖਣਾ ਹੈ ਕਿ ਇਹ ਸਾਰੀਆਂ ਰੇਖਾਵਾਂ ਕਲਪਿਤ ਹਨ, ਮੰਨੀਆਂ ਗਈਆਂ ਹਨ। ਅਸਲ ਦੇ ਵਿੱਚ ਧਰਤੀ ਉੱਤੇ ਇਹ ਰੇਖਾਵਾਂ ਕਿਤੇ ਨਹੀਂ ਹੈ, ਇਹ ਗਲੋਬ ਦਾ ਅਧਿਐਨ ਕਰਨ ਵਾਸਤੇ ਬਣਾਈਆਂ ਗਈਆਂ ਹਨ। ਇਹ ਰੇਖਾਵਾਂ ਇੱਕ ਦੂਜੇ ਨੂੰ ਕਿਸੇ ਵੀ ਬਿੰਦੂ ਉੱਤੇ ਨਹੀਂ ਕੱਟਦੀਆਂ ਹਨ। ਵਿਦਿਆਰਥੀਓ, ਜਦੋਂ ਤੁਸੀਂ ਗਲੋਬ ਨੂੰ ਘੁਮਾਉਂਦੇ ਹੋ ਤਾਂ ਤੁਹਾਨੂੰ ਦਿਖਾਈ ਦੇਗਾ ਕਿ ਇਹ ਰੇਖਾਵਾਂ ਪੂਰੇ ਗਲੋਬ ਦੇ ਉੱਤੇ ਹਨ ਔਰ ਕਿ ਕੋਈ ਵੀ ਰੇਖਾ ਦੂਸਰੀ ਰੇਖਾ ਨੂੰ ਕੱਟਦੀ
ਨਹੀਂ ਹੈ। ਇਹ ਰੇਖਾਵਾਂ ਗੋਲਾਕਾਰ ਹਨ। ਇਹਨਾਂ ਰੇਖਾਵਾਂ ਨੂੰ ਅਕਸ਼ਾਂਸ਼ ਰੇਖਾਵਾਂ ਆਖਦੇ ਹਨ। ਵਿਦਿਆਰਥੀਓ, ਤੁਸੀਂ ਭਲੀ ਭਾਂਤ ਇਹਨਾਂ ਰੇਖਾਵਾਂ ਬਾਰੇ ਯਾਦ ਰੱਖਣੀ ਹੈ ਹਰ ਗੱਲ ਜੋ ਤੁਹਾਨੂੰ ਅੱਜ ਇੱਥੇ ਸਮਝਾਈ ਜਾ ਰਹੀ ਹੈ। ਸੋ ਵਿਦਿਆਰਥੀਓ, ਇਹਨਾਂ ਅਕਸ਼ਾਂਸ਼ ਰੇਖਾਵਾਂ ਬਾਰੇ ਆਪਾਂ ਹੋਰ ਜਾਣਕਾਰੀ ਲੈਂਦੇ ਹਾਂ ਕਿ ਭੂ-ਮੱਧ ਰੇਖਾ ਤੋਂ ਉੱਤਰ ਵੱਲ ਪਾਸਾ ਉੱਪਰ ਵੱਲ, ਭੂ-ਮੱਧ ਰੇਖਾ ਤੋਂ ਉੱਤਰ ਵੱਲ 90 ਅਕਸ਼ਾਂਸ਼ ਰੇਖਾਵਾਂ ਹਨ ਅਤੇ ਦੱਖਣ ਵੱਲ ਵੀ 90 ਅਕਸ਼ਾਂਸ਼ ਰੇਖਾਵਾਂ ਖਿੱਚੀਆਂ ਗਈਆਂ ਮੰਨੀਆਂ ਜਾਂਦੀਆਂ ਹਨ। ਇਸ ਤਰ੍ਹਾਂ ਭੂ-ਮੱਧ ਰੇਖਾ ਸਮੇਤ ਵਿਤਕਾਰਾਂ ਦੀ ਕੁੱਲ ਗਿਣਤੀ 181 ਬਣਦੀ ਹੈ। ਬੇਟਾ, ਕਿੰਨੀ ਗਿਣਤੀ ਬਣਦੀ ਹੈ? 181। ਫੇਰ ਸੋਚੋ, ਫੇਰ ਮਨ ਵਿੱਚ ਗੱਲ ਲੈ ਕੇ ਆਓ, ਫੇਰ ਦੁਹਰਾਈ ਕਰੋ ਕਿ ਭੂ-ਮੱਧ ਰੇਖਾ ਤੋਂ ਉੱਤਰ ਵੱਲ 90 ਅਕਸ਼ਾਂਸ਼ ਰੇਖਾਵਾਂ ਹਨ। ਕਿੰਨੀਆਂ ਹਨ? 90। ਭੂ-ਮੱਧ ਰੇਖਾ ਤੇ ਕੀ ਲਿਖਿਆ ਦੇਖੋ? 0 ਤੇ ਉੱਪਰ ਕਿੰਨਾ ਹੈ? 90। ਇਹ ਲਕੀਰਾਂ ਦੀ ਗਿਣਤੀ ਉੱਪਰ 90 ਹੋ ਜਾਏਗੀ। ਇਸੇ ਤਰ੍ਹਾਂ ਦੱਖਣ ਵੱਲ ਵੀ ਇਹਨਾਂ ਦੀ ਗਿਣਤੀ ਕਿੰਨੀ ਹੋ ਜਾਏਗੀ? 90। ਹੁਣ ਉੱਤਰੀ ਧਰੁਵ ਤੇ ਹੇਠਲਾ ਦੱਖਣੀ ਅਰਧਗੋਲਾ ਤੇ ਉੱਤਰੀ ਅਰਧਗੋਲੇ ਦੀਆਂ ਜੇ ਅਸੀਂ 90 ਜਮਾ 90 ਰੇਖਾਵਾਂ ਦਾ ਜੋੜ ਕਰੀਏ ਤਾਂ ਇਹ 180 ਬਣ ਜਾਂਦਾ ਹੈ ਔਰ ਇੱਕ ਸਾਡੀ ਭੂ-ਮੱਧ ਰੇਖਾ। ਸੋ ਇਸ ਤਰੀਕੇ ਨਾਲ ਟੋਟਲ ਇਹ ਰੇਖਾਵਾਂ ਦੀ ਗਿਣਤੀ ਕਿੰਨੀ ਹੋ ਗਈ? 181। ਸੋ ਯਾਦ ਰੱਖਣਾ ਹੈ ਕਿ ਕੁੱਲ ਅਕਸ਼ਾਂਸ਼ਾਂ ਦੀ ਗਿਣਤੀ 181 ਹੈ। 90 ਉੱਤਰੀ ਅਰਧਗੋਲੇ ਵਿੱਚ, 90 ਦੱਖਣੀ ਅਰਧਗੋਲੇ ਦੇ ਵਿੱਚ ਤੇ ਕੁੱਲ ਹੋ ਗਏ 181। ਸੋ ਇਹ ਤੁਸੀਂ ਭੁੱਲਣਾ ਨਹੀਂ ਹੈ ਕਿ ਧਰਤੀ ਉੱਤੇ ਅਕਸ਼ਾਂਸ਼ ਰੇਖਾਵਾਂ ਦੀ ਗਿਣਤੀ ਕਿੰਨੀ ਹੈ। ਆਓ ਅਕਸ਼ਾਂਸ਼ ਰੇਖਾਵਾਂ ਬਾਰੇ ਹੋਰ ਜਾਣਕਾਰੀ ਲਈਏ। ਭੂ-ਮੱਧ ਰੇਖਾ ਤੋਂ ਜਿਉਂ-ਜਿਉਂ ਉੱਤਰ ਜਾਂ ਦੱਖਣ ਧਰੁਵ ਵੱਲ ਜਾਂਦੇ ਹਾਂ ਤਾਂ ਅਕਸ਼ਾਂਸ਼ਾਂ ਦਾ ਆਕਾਰ ਛੋਟਾ ਹੁੰਦਾ ਜਾਂਦਾ ਹੈ। ਛੋਟਾ ਕਿਉਂ ਹੁੰਦਾ ਜਾਂਦਾ ਹੈ? ਕਿਉਂਕਿ ਤੁਸੀਂ ਦੇਖਿਆ ਕਿ ਧਰਤੀ ਦੀ ਮੋਟਾਈ ਜੋ ਹੈ ਉਹ ਭੂ-ਮੱਧ ਰੇਖਾ ਤੇ ਜ਼ਿਆਦਾ ਚੌੜੀ ਹੈ ਤੇ ਉੱਪਰ ਵੱਲ ਤੇ ਹੇਠਾਂ ਵੱਲ, ਮਤਲਬ ਉੱਤਰੀ ਧਰੁਵ ਵੱਲ ਤੇ ਦੱਖਣੀ ਧਰੁਵ ਵੱਲ ਅਸੀਂ ਜਿੱਦਾਂ ਜਾਂਦੇ ਹਾਂ ਇਸ ਦੀ ਜੋ ਚੌੜਾਈ ਹੈ ਉਹ ਘਟਦੀ ਜਾਂਦੀ ਹੈ। ਸੋ ਅਸੀਂ ਕੀ ਸਮਝਿਆ ਕਿ ਜਿਉਂ-ਜਿਉਂ ਅਸੀਂ ਭੂ-ਮੱਧ ਰੇਖਾ ਤੋਂ ਉੱਤਰ ਵੱਲ ਜਾਂ ਦੱਖਣ ਵੱਲ ਜਾਂਦੇ ਹਾਂ ਤਾਂ ਇਹਨਾਂ ਅਕਸ਼ਾਂਸ਼ਾਂ ਦਾ ਆਕਾਰ ਛੋਟਾ ਹੁੰਦਾ ਜਾਂਦਾ ਹੈ ਤੇ 90 ਡਿਗਰੀ ਉੱਤਰੀ ਤੇ ਦੱਖਣੀ ਧਰੁਵ ਤੇ ਇਹ ਇੱਕ ਬਿੰਦੂ ਰਹਿ ਜਾਂਦਾ ਹੈ। ਅਸਲ ਵਿੱਚ ਬੇਟਾ ਅਸੀਂ ਇਹਨਾਂ ਨੂੰ ਡਿਗਰੀ ਦੇ ਵਿੱਚ ਮਾਪਦੇ ਹਾਂ। ਸੋ ਭੂ-ਮੱਧ ਰੇਖਾ ਤੋਂ ਦੂਸਰੇ ਅਕਸ਼ਾਂਸ਼ਾਂ ਦੀ ਦੂਰੀ ਕੋਣ ਦੂਰੀ ਹੁੰਦੀ ਹੈ। ਕਿਉਂ? ਇੱਕ ਕੋਣ, ਜਿੱਦਾਂ ਤੁਸੀਂ ਗਣਿਤ ਦੇ ਵਿੱਚ ਵੀ ਕੋਣ ਪੜ੍ਹਦੇ ਹੋ ਤਾਂ ਕੋਣਾਂ ਨੂੰ ਤੁਸੀਂ ਡਿਗਰੀ ਵਿੱਚ ਮਾਪਦੇ ਹੋ। ਸੋ ਭੂ-ਮੱਧ ਰੇਖਾ ਤੋਂ ਦੂਸਰੇ ਅਕਸ਼ਾਂਸ਼ ਦੀ ਦੂਰੀ ਕੋਣ ਦੂਰੀ ਕਹਾਉਂਦੀ ਹੈ, ਜਿਸ ਨੂੰ ਡਿਗਰੀ ਦੀ ਇਕਾਈ ਵਿੱਚ ਦਰਸਾਇਆ ਜਾਂਦਾ ਹੈ। ਅੱਗੇ 1 ਡਿਗਰੀ ਦਾ ਮਤਲਬ 60 ਮਿੰਟ ਅਤੇ 1 ਮਿੰਟ ਦਾ ਮਤਲਬ 60 ਸੈਕਿੰਡ ਹੁੰਦਾ ਹੈ। ਸੋ ਤੁਸੀਂ ਯਾਦ ਰੱਖਣਾ ਹੈ ਕਿ ਜਦੋਂ ਆਪਾਂ 90 ਡਿਗਰੀ ਦੀ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਅਸੀਂ ਇਸ ਨੂੰ ਗੁਣਾ ਕਰ ਲੈਣਾ ਹੈ ਕਿ 1 ਡਿਗਰੀ ਦਾ ਮਤਲਬ ਕਿੰਨਾ ਹੈ? 60 ਮਿੰਟ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਬਾਰੇ ਵੀ ਹੋਰ ਵਿਸਥਾਰਤ ਜਾਣਕਾਰੀ ਆਪਣੇ ਦਿਮਾਗ ਵਿੱਚ ਹਮੇਸ਼ਾ ਲਈ ਯਾਦ ਕਰਕੇ ਰੱਖੋ। ਸੋ ਭੂ-ਮੱਧ ਰੇਖਾ ਜੋ ਕਿ ਇੱਕ ਮਹੱਤਵਪੂਰਨ ਅਕਸ਼ਾਂਸ਼ ਹੈ ਜੋ ਧਰਤੀ ਨੂੰ 2 ਬਰਾਬਰ ਹਿੱਸਿਆਂ ਵਿੱਚ ਵੰਡਦਾ ਹੈ।
0 डिग्री तो 23.5 डिग्री उत्तर विच खिचे अक्षांश नूं करक रेखा आखदे हन। सो धरती का अध्ययन करन दे लई ਇਹ ਵੀ ਸਾਰੀਆਂ ਕਲਪਿਤ ਰੇਖਾਵਾਂ ਦੇ ਨਾਮ ਰੱਖੇ ਗਏ ਹਨ। ਧਰਤੀ ਨੂੰ ਅੱਗੇ ਹਿੱਸਿਆਂ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਹਦੇ ਬਾਰੇ ਅਸੀਂ ਆਉਣ ਵਾਲੇ ਭਾਗਾਂ ਦੇ ਵਿੱਚ ਅਸੀਂ ਵਿਸਥਾਰ ਸਹਿਤ ਚਰਚਾ ਕਰਾਂਗੇ। ਕੀ ਹੈ ਕਿ 0 ਡਿਗਰੀ ਤੋਂ 23.5 ਡਿਗਰੀ ਦਾ ਜੋ ਅਕਸ਼ਾਂਸ਼ ਖਿੱਚਿਆ ਗਿਆ ਹੈ ਉਸ ਨੂੰ ਅਸੀਂ ਕਰਕ ਰੇਖਾ ਆਖਦੇ ਹਾਂ ਤੇ ਇਹ ਉੱਤਰੀ ਅਰਧਗੋਲੇ ਵਿੱਚ ਹੈ। ਇਸੇ ਤਰ੍ਹਾਂ 0 डिग्री तो 23.5 डिग्री दक्षिण विच खिचे अक्षांश नूं असीं मकर रेखा आखदे हां। ये दक्षिणी अर्धगोले दे विच है। सो इस गल नूं तुसीं याद रखना है कि दक्षिणी अर्धगोले दे विच मकर रेखा ते उत्तरी अर्धगोले दे विच की है? उत्तरी अर्धगोले दे विच शाबाश करक रेखा है। आर्कटिक गोलाकार ते अंटार्कटिक गोलाकार, एक बार फिर सुनो, आर्कटिक गोलाकार ते अंटार्कटिक गोलाकार अक्षांशां दे 66.5 डिग्री उत्तर ते दक्षिण विच स्थित हैं। मतलब कि 66.5 डिग्री 0 डिग्री तो भूमध रेखा तो 66.5 डिग्री उत्तर वल आर्कटिक गोलाकार ते 66.5 डिग्री दक्षिण वल अंटार्कटिक गोलाकार स्थित हैं। सो इन्हां गल्लां नूं तुसीं भुलना नहीं है, ये अक्षांश हैं। सो बेटा अगे असीं देखिए कि ये अक्षांश रेखावां दा की महत्व है। ये अक्षांश रेखावां नाल सानूं की जानकारी प्राप्त हुंदी है। अक्षांशां दा महत्व, अक्षांशां दी मदद नाल असीं भूमध रेखा तो किसी थां दी दूरी दा पता करदे हां। भूमध रेखा तो 1 डिग्री दा मतलब है 111 किलोमीटर दी दूरी। भाव जे कोई 5 डिग्री उत्तर या दक्षिण डिग्री विच स्थित है तो उहदा मतलब है भूमध रेखा तो 555 किलोमीटर दूर। मतलब 0 डिग्री तो असी जदों 5 डिग्री की गल करिए तो 555 किलोमीटर मनना है। अक्षांशां की मदद नाल धरती नूं वख-वख ताप खंडां विच वंडिया गया है। अक्षांशां की मदद नाल असी किसी स्थान का तापमान पता लगा सकते हाँ। भूमध रेखा ते सूरज दीयां सीधियां रेखावां पैंदियां हन, उस स्थान ते गर्मी बहुत ज्यादा हुंदी है ते ज्यों-ज्यों असीं भूमध रेखा तो उत्तर जां दक्षिण वल जावांगे तां इह रेखावां तिरछियां हुंदियां जांदियां हन, जिस नाल गर्मी घटदी जांदी है। सो इस गल नूं तुसीं याद रखना है कि सब तो वध गर्मी कित्थे हुंदी है, वो है भूमध रेखा। ते ज्यों-ज्यों असीं भूमध रेखा तो दूर जावांगे गर्मी घटदी जावेगी। सो विद्यार्थियों तुसीं बिल्कुल भी इन्हां गल्लां नूं भुलना नहीं है और दोहराई करनी है, याद करना है। मेरे नाल अपने मन दे विच इन्हां गल्लां दे उत्तर लभणे है कि साडी धरती डैश गोला है, चपटा या सीधा। डैश धरती दा प्रतिरूप है, नक्शा या ग्लोब। डैश एक कल्पित रेखा है, करक रेखा, भूमध रेखा। डैश रेखा भूमध रेखा दे समांतर हुंदियां हन। अक्षांश मकर। सो इन्हां गल्लां दे नाल तुसीं इस पाठ नूं इत्थों तक चंगी तरह समझ लेना है और मैनूं आस है कि तुसीं हुण तक इन्हां सारियां गल्लां नूं ध्यान नाल समझ लिया होवेगा। बहुत बहुत धन्यवाद।